ਸੰਤ ਜੀ ਮਹਾਰਾਜ ਦਾ ਜਨਮ ਪਿੰਡ ਚੀਮਾ, ਰਿਆਸਤ ਪਟਿਆਲਾ ਵਿਖੇ ਸੰਮਤ 1913 ਵਿਕਰਮੀ ਸਨ 1866 ਈਸਵੀ ਨੂੰ ਚੀਮਾ ਗੋਤ ਵਿੱਚ ਹੋਇਆ। ਪਿੰਡ ਚੀਮਾ ਰਿਆਸਤ ਪਟਿਆਲਾ ਦਾ ਇੱਕ ਉੱਘਾ ਨਗਰ ਹੈ। ਬਾਬਾ ਕਰਮ ਸਿੰਘ ਜੀ ਬਾਬਾ ਗਰੀਬ ਸਿੰਘ ਜੀ ਦੇ ਸਪੁੱਤਰ ਸਨ। ਆਪ ਆਪਣੇ ਮਾਤਾ ਪਿਤਾ ਜੀ ਦੇ ਬੜੇ ਆਗਿਆਕਾਰ ਅਤੇ ਆਈ ਸਾਧ ਸੰਗਤ ਦੇ ਬੜੇ ਸੇਵਕ ਸਨ। ਇਹਨਾਂ ਦੇ ਸੰਜੋਗ ਮਾਤਾ ਭੋਲੀ ਜੀ ਸਪੁੱਤਰੀ ਭਾਈ ਜੀਤਾ ਜੀ ਗੋਤ ਗੰਢੂ ਪਿੰਡ ਫਤਿਹਗੜ੍ਹ ਨਾਲ ਹੋਇਆ। ਮਾਤਾ ਭੋਲੀ ਜੀ ਸੱਚਮੁੱਚ ਹੀ ਭੋਲੇਪਨ ਦਾ ਰੂਪ, ਇੱਕ ਪੂਰਨ ਸਤਵੰਤੀ ਅਤੇ ਸੁਸ਼ੀਲ ਸੁਭਾਅ ਦੀ ਇਸਤਰੀ ਸਨ। ਇਹ ਵੀ ਗਰੀਬ ਗੁਰਬੇ ਸਾਧ ਸੰਤ ਦੀ ਨਿਸ਼ਚੇ ਅਤੇ ਪ੍ਰੇਮ ਨਾਲ ਸੇਵਾ ਕਰਦੇ। ਕਰਤਾਰ ਨੇ ਇਸ ਜੋੜੀ ਨੂੰ ਭਾਗ ਲਾਇਆ ਤੇ ਪਹਿਲਾਂ ਇੱਕ ਸੁਭਾਗ ਪੁੱਤਰੀ ਬਖਸ਼ੀ, ਜਿਸ ਦਾ ਨਾਮ ਬੀਬੀ ਰਤਨ ਕੌਰ ਰੱਖਿਆ ਗਿਆ। ਜਦ ਬੀਬੀ ਕੁਝ ਵੱਡੀ ਉਮਰ ਦੀ ਹੋ ਗਈ ਤਾਂ ਮਾਤਾ ਭੋਲੀ ਜੀ ਅਤੇ ਪਿਤਾ ਬਾਬਾ ਕਰਮ ਸਿੰਘ ਨੂੰ ਭੁਜੰਗੀ ਦੀ ਸਿੱਖ ਬਣੀ ਰਹੀ। ਇੱਕ ਆਸ ਵਿੱਚ ਆਏ ਸਾਧ ਸੰਤ ਦੀ ਬੜੀ ਸੇਵਾ ਕਰਦੇ ਅਤੇ ਕਰਤਾਰ ਅੱਗੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਸਪੁੱਤਰ ਭੇਜ। ਇਸ ਜੋੜੀ ਦੀ ਸੇਵਾ ਭੋਲੇ ਪਾਏ ਤੇ ਅਰਦਾਸ ਨੂੰ ਫਲ ਲੱਗਾ। ਇੱਕ ਦਿਨ ਜਦ ਬਾਬਾ ਕਰਮ ਸਿੰਘ ਜੀ ਅੰਮ੍ਰਿਤ ਵੇਲੇ ਹਲ ਵਾਉਣ ਜਾ ਰਹੇ ਸਨ ਤਾਂ ਉਹਨਾਂ ਨੂੰ ਇੱਕ ਸਾਧੂ ਵਾੜ ਦੇ ਪਾਸ ਖੜਾ ਦਿਸਿਆ। ਬਾਬਾ ਜੀ ਨੇ ਦੂਰੋਂ ਹੀ ਜੋੜਾ ਲਾ ਦਿੱਤਾ, ਬਲਦ ਖੜੇ ਕਰ ਦਿੱਤੇ ਅਤੇ ਬੜੇ ਸਤਿਕਾਰ ਨਾਲ ਹੱਥ ਜੋੜ ਸਾਧੂ ਦੀ ਚਰਨੀ ਆ ਲੱਗੇ। ਜਦ ਬਾਬਾ ਜੀ ਨਮਸਕਾਰ ਕਰ ਖੜੇ ਹੋਏ ਤਾਂ ਸਾਧੂ ਮੁਸਕਰਾਇਆ ਅਤੇ ਬੜੇ ਪ੍ਰੇਮ ਨਾਲ ਆਖਣ ਲੱਗਾ, ਕਰਮ ਸਿੰਘ, ਅੱਜ ਤੇਰੀ ਭਾਵਨਾ ਪੂਰੀ ਹੋਈ। ਆ ਲੈ ਅੰਮ੍ਰਿਤ ਜਲ ਦੀ ਸ਼ੀਸ਼ੀ, ਇਸ ਨੂੰ ਲੈ ਜਾ ਤੇ ਆਪਣੇ ਘਰ ਸਾਂਭ ਕੇ ਰੱਖ ਦੇ। ਜਿਸ ਦਿਹਾੜੇ ਤੇਰੇ ਘਰ ਇੱਕ ਸੂਰਬੀਰ ਭੁਜੰਗੀ ਪ੍ਰਗਟ ਹੋਵੇ, ਉਸ ਦਿਨ ਇਸੇ ਥਾਂ ਸਾਡੀ ਅਮਾਨਤ ਮੋੜ ਜਾਈ। ਬਾਬਾ ਜੀ ਇਹ ਅਚਰਜ ਕੋਤਕ ਵੇਖ ਕੇ ਕੁਝ ਹੈਰਾਨ ਤਾਂ ਹੋ ਗਏ, ਪਰ ਸਾਧ ਸੰਤ ਦੇ ਮੇਲੀ ਸਨ। ਨਿਸ਼ਚਾ ਅਡੋਲ ਰਿਹਾ। ਪਿਛਲੇ ਪੈਰੀ ਘਰ ਮੁੜ ਆਏ ਅਤੇ ਅਮਾਨਤ ਆਪਣੀ ਸੁਭਾਗ ਸੁਪਤਨੀ ਮਾਤਾ ਭੋਲੀ ਦੇ ਸਪੁਰਦ ਕੀਤੀ ਤੇ ਸਾਧੂ ਦਾ ਬਚਨ ਸੁਣਾ ਦਿੱਤਾ। ਸਮਾਂ ਪਾ ਕੇ 1923 ਬਿਕਰਮੀ ਸਨ 1866 ਈਸਵੀ ਦਿਨ ਬੁੱਧਵਾਰ ਚੇਤ ਸੁਦੀ ਏਕਮ ਨੂੰ 2:30 ਘੜੀ ਰਾਤ ਗਈ ਬਾਲਕ ਨੇ ਜਨਮ ਲਿਆ। ਪਉ ਫੁੱਟਦੇ ਹੀ ਬਾਬਾ ਕਰਮ ਸਿੰਘ ਨੂੰ ਸਾਧੂ ਦਾ ਬਚਨ ਯਾਦ ਆਇਆ। ਆਲੇ ਵਿੱਚੋਂ ਸਾਧੂ ਦੀ ਅਮਾਨਤ ਲੈ ਕੇ ਪਿੰਡੋਂ ਬਾਹਰ ਚਲਾ ਗਿਆ। ਉਸੇ ਥਾਂ ਵਾੜ ਕੋਲ ਸਾਧੂ ਨਜ਼ਰੀ ਪਿਆ। ਬਾਬਾ ਜੀ ਨੇ ਬੜੇ ਅਦਬ ਨਾਲ ਸਾਧੂ ਨੂੰ ਨਮਸਕਾਰ ਕੀਤੀ ਤੇ ਉਸ ਦੀ ਅਮਾਨਤ ਮੋੜੀ। ਸਾਧੂ ਉੱਥੋਂ ਕਿਧਰੇ ਚਲਿਆ ਗਿਆ ਅਤੇ ਬਾਬਾ ਕਰਮ ਸਿੰਘ ਜੀ ਘਰ ਮੁੜ ਆਏ। 13ਵੇਂ ਦਿਹਾੜੇ ਵਿਹੜੇ ਦੀ ਰੋਟੀ ਕੀਤੀ ਅਤੇ ਬਾਲਕ ਦਾ ਨਾਂ ਅਤਰ ਸਿੰਘ ਰੱਖਿਆ। ਬਾਲ ਲੀਲਾ। ਜਦ ਸੰਤ ਜੀ ਰਿੜਨ ਲੱਗ ਪਏ, ਕਈ ਵਾਰੀ ਕੁੱਛਾਂ ਕੂਨਾਂ ਵਿੱਚ ਲੁਕ ਕੇ ਬੈਠ ਜਾਂਦੇ ਤੇ ਭੋਲੀ ਜੀ ਢੂੰਡ ਢੂੰਡ ਕੇ ਫਾਵੇ ਹੁੰਦੇ। ਜਦ 2.5 ਵਰ੍ਹਿਆਂ ਦੇ ਹੋਏ ਤਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗ ਪਏ। ਇਹਨਾਂ ਦਾ ਵੱਡੀ ਭੈਣ ਰਤਨ ਕੌਰ ਨਾਲ ਬੜਾ ਪਿਆਰ ਹੋ ਗਿਆ ਤੇ ਸਾਰਾ ਦਿਨ ਭੈਣ ਨਾਲ ਪਰਚੇ ਰਹਿੰਦੇ।
जद 5-6 साल दे होए तां बालकां नाल खेडण लगे। ਜਿਹੜਾ ਬਾਲਕ ਘਰ ਆਵੇ ਉਸ ਨੂੰ ਆਖਿਆ ਕਰਨ, ਆ ਭਾਈ ਭਗਤਾ, ਆ ਭਾਈ ਪ੍ਰੇਮੀਆਂ। ਖੇਡਣ ਵਿੱਚ ਬੜੇ ਮਿੱਠੇ ਬਚਨ ਵਰਤਦੇ। ਕਈ ਵਾਰੀ ਹਾਣੀਆਂ ਨੂੰ ਆਪਣੇ ਆਲੇ ਦੁਆਲੇ ਬੈਠਾ ਲਿਆ ਕਰਨ ਤੇ ਲੀਰਾਂ ਦੀਆਂ ਮਾਲਾ ਬਣਾ ਕੇ ਆਪ ਫੇਰਨ ਤੇ ਉਹਨਾਂ ਨੂੰ ਫਿਰਾਵਣ ਲੱਗ ਪੈਣ। ਇੱਕ ਵਾਰੀ ਜਦ ਸਨ 1926 ਵਿੱਚ ਦਾਸ ਨੇ ਸੰਤ ਜੀ ਮਹਾਰਾਜ ਨੂੰ ਮਾਤਾ ਭੋਲੀ ਜੀ ਦੀ ਦੱਸੀ ਹੋਈ ਇਹ ਗੱਲ ਸੁਣਾਈ ਤਾਂ ਮੁਸਕਰਾ ਕੇ ਕਹਿਣ ਲੱਗੇ, ਹਾਂ ਭਾਈ ਤੇਜਾ ਸਿੰਘ, ਨਿੱਕੀ ਉਮਰ ਤੋਂ ਹੀ ਸਾਨੂੰ ਸ਼ੌਂਕ ਸੀ। ਲੀਰਾਂ ਦੀ ਮਾਲਾ ਬਣਾ ਕੇ ਬੈਠ ਜਾਂਦੇ, ਰਾਮ ਨਾਮ ਦੀ ਮਾਲਾ ਫੇਰਦੇ। ਹਿਰਦੇ ਵਿੱਚ ਉਤਸ਼ਾਹ ਹੁੰਦਾ ਕਿ ਐਸਾ ਬੈਠੀਏ ਕਿ ਬੈਠਿਆਂ ਬੈਠਿਆਂ ਹੀ ਪਿੰਡੇ ਤੇ ਵਰਮੀ ਜੰਮ ਜਾਏ। ਪੜ੍ਹਨੇ ਪੈਣਾ। ਜਦ ਸੰਤ ਜੀ 7 ਸਾਲ ਦੇ ਹੋਏ ਤਾਂ ਪਿਤਾ ਜੀ ਆਖਣ ਲੱਗੇ ਕਿ ਸਕੂਲ ਵਿੱਚ ਦਾਖਲ ਹੋ ਜਾਓ। ਬਾਲਕ ਰੂਪ ਸੰਤ ਜੀ ਨੇ ਬੜੇ ਹੀ ਅਦਬ ਨਾਲ ਆਖਿਆ, ਪਿਤਾ ਜੀ, ਅਸੀਂ ਅੰਗਰੇਜ਼ੀ ਫਾਰਸੀ ਨਹੀਂ ਪੜ੍ਹਨੀ, ਅਸੀਂ ਤਾਂ ਸੱਚ ਦੀ ਹੀ ਪੜ੍ਹਤ ਪੜਾਂਗੇ। ਇਹ ਬਚਨ ਸੁਣ ਕੇ ਪਿਤਾ ਜੀ ਨੇ ਭਾਈ ਰਾਮ ਸਿੰਘ ਨਿਰਮਲੇ ਦੇ ਡੇਰੇ ਰਾਮ ਸਿੰਘ ਜੀ ਪਾਸ ਪੜ੍ਹਨੇ ਪਾਇਆ। ਡੰਗਰ ਚਾਰਨੇ। ਕੁਝ ਚਿਰ ਮਗਰੋਂ ਪਿਤਾ ਜੀ ਨੇ ਡੰਗਰ ਚਾਰਨ ਤੇ ਲਾ ਦਿੱਤਾ। ਸੰਤ ਜੀ ਜਦ ਡੰਗਰ ਬਾਹਰ ਲਿਜਾਂਦੇ, ਚੁੰਨੀ ਦੇ ਪੱਲੇ ਨਾਲ ਹੱਕਦੇ, ਸੋਟੀ ਕਦੀ ਵੀ ਨਾ ਮਾਰਦੇ। ਪਿੰਡ ਦੇ ਹੋਰ ਮੁੰਡੇ ਵੀ ਸੰਤ ਜੀ ਨਾਲ ਡੰਗਰ ਰਲਾ ਲਿਆ ਕਰਨ। ਪਿੰਡ ਦੇ ਬਾਹਰ ਜਾ ਕੇ ਸੰਤ ਜੀ ਬਾਲਕਾਂ ਨੂੰ ਨਾਲ ਲੈ ਕੇ ਕਿਸੇ ਰੁੱਖ ਹੇਠਾਂ ਬੈਠ ਜਾਣ ਅਤੇ ਸਿਮਰਨ ਵਿੱਚ ਲੱਗ ਪੈਣ ਤੇ ਡੰਗਰ ਖੁੱਲ੍ਹੇ ਛੱਡ ਦੇਣ। ਜਦ ਡੰਗਰ ਕਿਸੇ ਦੇ ਖੇਤ ਵਿੱਚ ਪੈਣ ਤਾਂ ਨਾਲ ਦੇ ਸਾਥੀ ਵਾਰੀ-ਵਾਰੀ ਮੋੜ ਲਿਆ ਕਰਨ। ਦੁਪਹਿਰ ਵੇਲੇ ਡੰਗਰ ਰੱਜ ਕੇ ਆਪੇ ਹੀ ਦਰਖਤਾਂ ਹੇਠ ਆ ਜਾਇਆ ਕਰਨ। ਛੋਟੀ ਅਵਸਥਾ ਵਿੱਚ ਹੀ ਸਾਧੂ ਮਹਾਤਮਾ ਨਾਲ ਪ੍ਰੇਮ ਰੱਖਦੇ। ਅਜੇ ਆਪ 8 ਕੁ ਸਾਲ ਦੇ ਹੀ ਸਨ ਕਿ ਇੱਕ ਦਿਹਾੜੇ ਅਛੋਪ ਹੀ ਇੱਕ ਸਾਧੂ ਨਾਲ ਚਲੇ ਗਏ। ਘਰ ਵਿੱਚ ਮਾਤਾ ਪਿਤਾ ਨੂੰ ਬੜਾ ਫਿਕਰ ਹੋਇਆ ਤੇ 5 ਦਿਨ ਦੀ ਢੂੰਡ ਭਾਲ ਪਿੱਛੋਂ ਪਿਤਾ ਜੀ ਨੇ ਜਾ ਕੇ ਲਿਆਂਦਾ। ਇੱਕ ਦਿਨ ਡੰਗਰ ਚਾਰਦੇ ਚਾਰਦੇ ਮਨ ਵਿੱਚ ਮੋਜ ਆਈ ਤੇ ਆਪਣੇ ਬਾਲ ਲੀਲਾ ਦੇ ਖਾਸ ਮਿੱਤਰ ਭਾਈ ਬਖਤਾਰ ਸਿੰਘ ਨੂੰ ਕਹਿਣ ਲੱਗੇ, ਆ ਬਖਤਾਵਰ ਸਿੰਘਾ, ਆਪਾਂ ਸਾਧ ਬਣੀਏ। ਸੰਤਾਂ ਨੇ ਬਖਤਾਵਰ ਸਿੰਘ ਦੀ ਚੁੰਨੀ ਲੈ ਕੇ ਉਸ ਦੀ ਗਾਤੀ ਸਜਾਈ ਅਤੇ ਬਖਤਾਵਰ ਸਿੰਘ ਨੇ ਸੰਤਾਂ ਦੀ ਚੁੰਨੀ ਨਾਲ ਉਹਨਾਂ ਨੂੰ ਗਾਤੀ ਸਜਾਈ। ਜਦ ਦੋਵੇਂ ਗਾਤੀਆਂ ਸਜ ਗਈਆਂ ਤਾਂ ਸੰਤ ਬੜਾ ਹੱਸੇ ਤੇ ਆਖਿਆ, ਬਖਤਾਵਰ ਸਿੰਘਾ, ਆਪਾਂ ਬੜਾ ਸੋਹਣੇ ਲੱਗਦੇ ਆਂ। ਬਖਤਾਵਰ ਸਿੰਘ ਬੋਲਿਆ, ਅਤਰ ਸਿੰਘਾ, ਤੂੰ ਤਾਂ ਬੜਾ ਹੀ ਸੋਹਣਾ ਲੱਗਦਾ ਹੈ। ਮਿੱਤਰ ਦੀ ਇਹ ਗੱਲ ਸੁਣ ਕੇ ਸੰਤ ਜੀ ਹੱਸ ਬੋਲੇ, ਅੱਛਾ ਭਾਈ, ਜਦੋਂ ਅਸੀਂ ਸਾਧ ਹੋਵਾਂਗੇ ਤੂੰ ਸਾਡੇ ਨਾਲ ਚੱਲੀ। ਉਸਨੇ ਆਖਿਆ, ਚੰਗਾ। ਜਦੋਂ ਸੰਤ ਜੀ ਮਹਾਰਾਜ ਦਾ ਪ੍ਰਤਾਪ ਵਧਿਆ, ਆਪ ਕਈ ਵਾਰ ਬਖਤਾਵਰ ਸਿੰਘ ਨੂੰ ਲੈਣ ਆਏ। ਇੱਕ ਵਾਰੀ ਇੱਥੋਂ ਤੀਕਰ ਜ਼ੋਰ ਦਿੱਤਾ ਕਿ ਸਿੰਘਣੀ ਨੂੰ ਵੀ ਭਾਵੇਂ ਨਾਲ ਲੈ ਚੱਲ, ਉਹ ਲੰਗਰ ਪਕਾਇਆ ਕਰੇਗੀ ਤੇ ਅਸੀਂ ਨਿੱਕੀ ਉਮਰ ਦਾ ਬਚਨ ਪੂਰਾ ਕਰਾਂਗੇ। ਪਰ ਬਖਤਾਵਰ ਸਿੰਘ ਦੇ ਭਾਗ ਨਹੀਂ ਸਨ, ਉਹ ਸੰਤ ਜੀ ਨਾਲ ਨਾ ਜਾ ਸਕਿਆ। ਸੰਤ ਜੀ ਡੰਗਰਾਂ ਨੂੰ ਨਾ ਆਪ ਮਾਰਦੇ ਤੇ ਨਾ ਮੁੰਡਿਆਂ ਨੂੰ ਮਾਰਨ ਦਿੰਦੇ।
ਸਗੋਂ ਆਖਦੇ, ਭਾਈ ਬੇਜ਼ੁਬਾਨਾਂ ਨੂੰ ਨਾ ਮਾਰੋ, ਰੱਬ ਤੋਂ ਡਰੋ। ਜਿੱਥੇ ਮੁੰਡੇ ਗੰਦੇ ਗੀਤ ਗਾਉਣ ਲੱਗ ਪੈਂਦੇ, ਉੱਥੋਂ ਸੰਤ ਜੀ ਪਰੇ ਚਲੇ ਜਾਂਦੇ ਤੇ ਕਿਸੇ ਰੁੱਖ ਹੇਠਾਂ ਜਾ ਕੇ ਸੋ ਜਾਂਦੇ। ਇੱਕ ਵਾਰੀ ਆਪ ਇਸ ਤਰ੍ਹਾਂ ਸੁੱਤੇ ਪਏ ਸਨ ਤੇ ਡੰਗਰ ਬਖਤਾਵਰ ਸਿੰਘ ਮੋੜ ਕੇ ਲਿਆ ਰਿਹਾ ਸੀ ਕਿ ਇੱਕ ਭਗਵੇ ਕੱਪੜਿਆਂ ਵਾਲਾ ਬਿਰਧ ਸਾਧੂ ਉਸ ਰੁੱਖ ਹੇਠਾਂ ਆ ਬੈਠਾ। ਕੁਦਰਤੀ ਉਸ ਦੀ ਨਿਗਾਹ ਸੰਤ ਜੀ ਦੇ ਚਰਨਾਂ ਤੇ ਪਈ। ਪਦਮ ਰੇਖਾ ਭਾਸੀ। ਕੁਝ ਚਿਰ ਗਹੁ ਖਾ ਕੇ ਵੇਖਦਾ ਰਿਹਾ, ਫਿਰ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਆਖਿਆ, ਇਹ ਬੜਾ ਬਲੀ ਸਰੀਰ ਹੋਵੇਗਾ, ਇਸ ਦੇ ਅੱਗੇ ਰਾਜੇ ਵੀ ਨਹੀਂ ਬਣਗੇ। ਇਹ ਕਹਿ ਕੇ ਸਾਧੂ ਤਾਂ ਆਪਣੇ ਰਾਹ ਪੈ ਗਿਆ। ਜਦ ਸੰਤਾਂ ਦੀ ਨੀਂਦਰ ਉਗੜੀ ਤਾਂ ਬਖਤਾਵਰ ਸਿੰਘ ਨੇ ਹੱਸ ਕੇ ਆਖਿਆ, ਅਤਰਸਿਆਂ, ਇੱਕ ਸਾਧ ਆ ਗਿਆ ਹੈ, ਤੈਨੂੰ ਰਾਜੇ ਮੱਥਾ ਟੇਕਣਗੇ। ਉਦੋਂ ਤੂੰ ਕਿਧਰੇ ਮੈਨੂੰ ਨਾ ਵਿਸਾਰ ਦੇਈਂ। ਸੰਤ ਹੱਸੇ ਤੇ ਚੁੱਪ ਕਰ ਰਹੇ। ਇੱਕ ਦਿਨ ਡੰਗਰ ਚਾਰਦਿਆਂ ਸਾਥੀਆਂ ਨਾਲ ਖੇਡਣ ਲੱਗ ਪਏ। ਇਹਨਾਂ ਵਿੱਚ ਇੱਕ ਮੁੰਡਾ ਸੀ ਜਿਹੜਾ ਆਪਣੇ ਜ਼ੋਰ ਦੇ ਮਾਨ ਵਿੱਚ ਸਾਰਿਆਂ ਨਾਲ ਖਹਿੰਦਾ ਰਹਿੰਦਾ ਸੀ। ਮੁੰਡਿਆਂ ਰਲ ਕੇ ਆਖਿਆ, ਅਤਰਸਿਆਂ, ਇਹਦੇ ਨਾਲ ਘੋਲ ਕਰਕੇ ਇਹਦੀ ਆਕੜ ਭੰਨ, ਇਹ ਸਾਨੂੰ ਟਿਕਣ ਨਹੀਂ ਦਿੰਦਾ। ਸੰਤਾ ਕਿਹਾ, ਆਪਾਂ ਕੀ ਲੈਣਾ ਹੈ, ਪਰ ਸਾਰੇ ਖਹਿੜੇ ਪੈ ਗਏ। ਬਚਨ ਮੰਨ ਕੇ ਸੰਤ ਤਿਆਰ ਹੋ ਗਏ। ਉਧਰੋਂ ਮੁੰਡਾ ਤਾਂ ਅੱਗੇ ਹੀ ਤਿਆਰ ਸੀ। ਥੋੜੇ ਚਿਰ ਵਿੱਚ ਹੀ ਸੰਤਾਂ ਨੇ ਉਸ ਨੂੰ ਸੁਹਾਗੇ ਵਾਂਗੂ ਚੁੱਕ ਕੇ ਹੇਠਾਂ ਮਾਰਿਆ। ਮੁੰਡਾ ਬੇਹੋਸ਼ ਹੋ ਗਿਆ। ਸਾਰੇ ਖਿੜ-ਖਿੜ ਹੱਸ ਪਏ, ਪਰ ਸੰਤਾ ਆਖਿਆ, ਇਹ ਕੀ ਹੋ ਗਿਆ? ਜਾਓ ਕੋਈ ਜਲ ਤੇ ਦੁੱਧ ਲਿਆਓ, ਇਹਦੇ ਮੂੰਹ ਵਿੱਚ ਪਾਈਏ। ਸਾਥੀ ਦੌੜੇ ਦੌੜੇ ਗਏ ਤੇ ਖੂਹ ਤੋਂ ਜਲ ਤੇ ਪਿੰਡ ਤੋਂ ਗਰਮ ਦੁੱਧ ਲਿਆਂਦਾ। ਸੰਤਾਂ ਨੇ ਆਪਣੇ ਹੱਥੀਂ ਉਸ ਦੇ ਮੂੰਹ ਤੇ ਜਲ ਦੇ ਛਿੱਟੇ ਮਾਰੇ ਤੇ ਥੋੜਾ ਜਿਹਾ ਜਲ ਮੂੰਹ ਵਿੱਚ ਪਾਇਆ। ਕੁਝ ਚਿਰ ਮਗਰੋਂ ਉਸ ਨੂੰ ਹੋਸ਼ ਆਈ। ਫਿਰ ਸੰਤਾਂ ਨੇ ਉਸ ਨੂੰ ਗਰਮ ਦੁੱਧ ਛਕਾਇਆ ਤੇ ਖੜਾ ਕਰਕੇ ਹੌਲੀ ਹੌਲੀ ਟੋਰਿਆ। ਇਸ ਦੇ ਮਗਰੋਂ ਉਸ ਨੇ ਕਦੇ ਵੀ ਕਿਸੇ ਨੂੰ ਨਾ ਛੇੜਿਆ। ਦੇਗ ਤੇਗ ਜਗ ਮੈਂ ਦੋਉ ਚਲੈ। ਸੰਤ ਜੀ ਦਾ ਮੁੱਢ ਤੋਂ ਹੀ ਵੰਡ ਕੇ ਛਕਣ ਦਾ ਸੁਭਾਅ ਸੀ। ਇੱਕ ਅਦੁੱਤੀ ਖੇਡ ਇਸ ਸੁਭਾਅ ਦੀ ਇਸ ਤਰ੍ਹਾਂ ਵਰਤੀ ਕਿ ਜਦ ਬੇਬੇ ਜੀ ਸੰਤ ਜੀ ਮਹਾਰਾਜ ਜੀ ਦੀ ਵੱਡੀ ਭੈਣ ਰਤਨ ਕੌਰ ਦਾ ਵਿਆਹ ਸੀ, ਮਾਤਾ ਭੋਲੀ ਜੀ ਨੇ ਕਾਰਜ ਦੀ ਖਾਤਰ ਇੱਕ ਭੜੋਲੀ ਵਿੱਚ ਗੁੜ ਰੱਖਿਆ ਹੋਇਆ ਸੀ। ਇੱਕ ਦਿਨ ਜਦ ਮਾਤਾ ਜੀ ਨੇ ਭੜੋਲੀ ਦਾ ਚਾਪੜ ਚੁੱਕਿਆ ਤਾਂ ਕੀ ਵੇਖਦੇ ਹਨ ਕਿ ਭੜੋਲੀ ਕੁਝ ਖਾਲੀ ਹੈ। ਦਿਲ ਵਿੱਚ ਸੋਚਿਆ ਤਾਂ ਸਮਝ ਆਈ ਕਿ ਇਹ ਅਤਰ ਸਿੰਘ ਦਾ ਕੰਮ ਹੈ। ਆਪਣੇ ਮਿੱਤਰਾਂ ਵਿੱਚ ਗੁੜ ਵੰਡ ਆਇਆ ਹੋਵੇਗਾ। ਦੂਜੇ ਦਿਨ ਪ੍ਰਭਾਤ ਵੇਲੇ ਜਦ ਬਾਹਰ ਜਾਣ ਦਾ ਵੇਲਾ ਆਇਆ ਤਾਂ ਮਾਤਾ ਅੱਖ ਬਚਾ ਕੇ ਖਲੋ ਗਈ। ਕੀ ਵੇਖਦੀ ਹੈ ਕਿ ਚੁੱਪ ਚਪੀਤੇ ਹੀ ਸੰਤ ਜੀ ਨੇ ਇੱਕ ਭੇਲੀ ਚੁੰਨੀ ਵਿੱਚ ਵਲੇਟ ਲਈ। ਜਦੋਂ ਬੂਹੇ ਤੋਂ ਬਾਹਰ ਨਿਕਲੇ ਤਦ ਮਾਤਾ ਵੀ ਦੱਬੇ ਪੈਰੀ ਪਿੱਛੇ ਪਿੱਛੇ ਟੁਰ ਪਈ। ਪਿੰਡ ਦੇ ਚੌਰਾਹੇ ਵਿੱਚ ਹੌਲੀ ਜਿਹੀ ਸੰਤਾਂ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ, ਪੁੱਤਰ ਅਤਰਸਿਆਂ, ਇਹ ਚੁੰਨੀ ਵਿੱਚ ਕੀ ਹੈ? ਸੰਤ ਚੁੱਪ ਕਰਕੇ ਖਲੋ ਗਏ। ਮਾਤਾ ਭੋਲੀ ਨੇ ਗੁੜ ਦੀ ਭੇਲੀ ਚੁੰਨੀ ਵਿੱਚੋਂ ਖੋਹ ਲਈ ਅਤੇ ਘਰ ਮੁੜ ਆਈ। ਦੁਪਹਿਰਾਂ ਢਲ ਗਈਆਂ। ਸੰਤ ਪ੍ਰਸ਼ਾਦ ਛਕਣ ਨਾ ਆਏ। ਮਾਤਾ ਉਡੀਕ ਉਡੀਕ ਕੇ ਲੱਭਣ ਗਈ। ਕੀ ਦੇਖਦੀ ਹੈ ਕਿ ਸੰਤ ਉੱਥੇ ਚੌਂਕ ਵਿੱਚ ਖੜੇ ਹਨ। ਮਾਤਾ ਭੋਲੀ ਸੰਤ ਪੁੱਤਰ ਦੀ ਤਾਰ ਸਮਝ ਗਈ। ਮੁੜ ਕੇ ਘਰ ਆਈ, ਗੁੜ ਦੀ ਭੇਲੀ ਲਈ ਤੇ ਸੰਤਾਂ ਨੂੰ ਆ ਫੜਾਈ
ਆਖਿਆ, ਬੱਚਾ ਜਾ ਆਪਣੇ ਮਿੱਤਰਾਂ ਵਿੱਚ ਵੰਡ ਆ, ਪਰ ਫੇਰ ਨਾ ਕੱਢੀ। ਸੰਤ ਜੀ ਨੇ ਆਖਿਆ, ਸਤ ਬਚਨ। ਗੁੜ ਵੰਡ ਕੇ ਘਰ ਆਏ, ਪ੍ਰਸ਼ਾਦ ਛਕਿਆ ਅਤੇ ਫੇਰ ਕਦੀ ਭੜੋਲੀ ਵੱਲ ਖਿਆਲ ਵੀ ਨਾ ਕੀਤਾ। ਕੁਝ ਦਿਨ ਮਗਰੋਂ ਬੇਬੇ ਰਤਨ ਕੌਰ ਜੀ ਦਾ ਵਿਆਹ ਭਾਈ ਬੱਗਾ ਸਿੰਘ ਜੀ ਨਾਲ ਜਵਾਰ ਕੀ ਪਿੰਡ ਵਿੱਚ ਹੋ ਗਿਆ। ਜਵਾਰ ਕੀ ਫੇਰਾ ਪਾ ਕੇ ਬੇਬੇ ਜੀ ਚੀਮੇ ਮੁੜ ਆਏ। ਬੇਬੇ ਜੀ ਨਾਲ ਸੰਤਾਂ ਜੀ ਦਾ ਬੜਾ ਪ੍ਰੇਮ ਸੀ। ਇੱਕ ਦੋ ਦਿਨ ਰਹਿਣ ਮਗਰੋਂ ਕਹਿਣ ਲੱਗੇ, ਸਾਨੂੰ ਰੋਟੀ ਪਕਾ ਦਿਓ, ਅਸੀਂ ਜਾਵਾਂਗੇ। ਚੰਗੇ ਛਾਹ ਵੇਲੇ ਰੋਟੀ ਖਾ ਕੇ ਟੁਰ ਪਏ। ਰਾਹ ਵਿੱਚ ਲੱਲੂ ਵਾਲੇ ਇੱਕ ਸਾਧੂ ਪਾਸ ਬੈਠ ਗਏ। ਚੀਮੇ ਮਾਤਾ ਪਿਤਾ ਜੀ ਸਮਝਣ ਕਿ ਸੰਤ ਜੀ ਜਵਾਰ ਕੀ ਹਨ ਤੇ ਬੇਬੇ ਜੀ ਸਮਝਣ ਕਿ ਚੀਮੇ ਚਲੇ ਗਏ ਹਨ। 2-4 ਦਿਨਾਂ ਮਗਰੋਂ ਪਤਾ ਲੱਗਾ ਤੇ ਪਿਤਾ ਕਰਮ ਸਿੰਘ ਜੀ ਨੇ ਆਪ ਜਾ ਕੇ ਚੀਮੇ ਆਂਦਾ। ਸੰਮਤ 1933 ਬਿਕਰਮੀ ਸਨ 1876 ਈਸਵੀ ਵਿੱਚ ਚੀਮੇ ਮੀਂਹ ਨਾ ਵਸਿਆ ਅਤੇ ਕਾਲ ਪੈ ਗਿਆ। ਡੰਗਰਾਂ ਵਾਸਤੇ ਬਾਹਰ ਮੂੰਹ ਮਾਰਨ ਨੂੰ ਹੀ ਪੱਠਾ ਨਹੀਂ ਸੀ। ਸੰਤ ਜੀ ਡੰਗਰ ਲੈ ਕੇ ਆਪਣੀ ਭੈਣ ਰਤਨ ਕੌਰ ਪਾਸ ਜਵਾਰ ਕੀ ਚਲੇ ਗਏ ਅਤੇ 1 ਸਾਲ ਉੱਥੇ ਹੀ ਰਹੇ। ਨਾਲ ਭਾਈ ਹਰਨਾਮ ਸਿੰਘ, ਜੋ ਉਸ ਸਮੇਂ ਚੀਮੇ ਪਿੰਡ ਦਾ ਨੰਬਰਦਾਰ ਸੀ, ਵੀ ਆਪਣੀਆਂ ਗਈਆਂ ਲੈ ਕੇ ਗਿਆ। ਇਹ ਸਮਾਂ ਬੇਬੇ ਜੀ ਕੋਲ ਬੜੇ ਪ੍ਰੇਮ ਨਾਲ ਬੀਤਿਆ। ਘਰ ਦਾ ਕੰਮ ਕਾਜ ਕਰਨਾ। ਸੰਮਤ 1939 ਬਿਕਰਮੀ ਸਨ 1882 ਈਸਵੀ 16 ਸਾਲ ਦੀ ਉਮਰ ਵਿੱਚ ਸੰਤ ਜੀ ਮਹਾਰਾਜ ਖੇਤੀਬਾੜੀ ਦੇ ਕੰਮ ਵਿੱਚ ਲੱਗ ਪਏ। ਇੱਕ ਦਿਨ ਆਪ ਜਦ ਹਲ ਵਾਹ ਕੇ ਘਰ ਆ ਰਹੇ ਸਨ ਤਾਂ 2 ਚੋਬਰ ਤੇ ਇੱਕ ਬੁੱਢਾ 70-75 ਸਾਲ ਦਾ ਮਿਲੇ। ਬੁੱਢਾ ਸੰਤ ਜੀ ਦਾ ਚਿਹਨ ਚੱਕਰ ਵੇਖ ਕੇ ਠਹਿਰ ਗਿਆ ਅਤੇ ਚਿਹਰੇ ਵੱਲ ਵੇਖਣ ਲੱਗ ਪਿਆ। ਚੋਬਰ ਨੇ ਆਵਾਜ਼ ਦਿੱਤੀ, ਬੁੱਢਿਆ ਛੇਤੀ ਆ, ਆਪਾਂ ਦੂਰ ਜਾਣਾ ਏ। ਬੁੱਢੇ ਨੇ ਆਖਿਆ, ਦਰਸ਼ਨ ਕਰ ਲੈਣ ਦਿਓ, ਇਹ ਤਾਂ ਕੋਈ ਕਲਾ ਵਾਲਾ ਸਰੀਰ ਹੈ। ਸੰਤ ਜੀ ਘਰ ਦਾ ਕੰਮ ਕਾਰਜ ਵੀ ਕਰਦੇ, ਪਰ ਬਹੁਤ ਵਾਰੀ ਇਕਾਂਤ ਬੈਠੇ ਰਹਿੰਦੇ ਤੇ ਡੰਗਰ ਖੇਤਾਂ ਵਿੱਚ ਵੜ ਜਾਂਦੇ। ਪਿਤਾ ਕਰਮ ਸਿੰਘ ਜੀ ਕਈ ਵਾਰੀ ਸੰਤ ਪੁੱਤਰ ਨੂੰ ਆਖਦੇ, ਕਿਸ ਤਰ੍ਹਾਂ ਕਰਕੇ ਖਾਵੇਂਗਾ। ਮਾਤਾ ਭੋਲੀ ਨਾਲ ਵੀ ਕਈ ਵਾਰੀ ਬੈਠ ਕੇ ਗੱਲਬਾਤ ਕਰਦੇ ਅਤੇ ਝੂਰਦੇ ਤੇ ਆਖਦੇ, ਤੂੰ ਪੁੱਤਰ ਨਾਲ ਬੜਾ ਮੋਹ ਕਰਦੀ ਹੈ, ਕੰਮ ਕਾਰ ਕਰਨ ਲਈ ਨਹੀਂ ਸਮਝਾਉਂਦੀ। ਇਸ ਦੀ ਕਮਾਈ ਦਾ ਸੋਨੇ ਦਾ ਹਾਰ ਪਵਾ ਲਈ। ਇੱਕ ਦਿਨ ਮਾਤਾ ਜੀ ਨੇ ਸੱਦ ਕੇ ਆਖਿਆ, ਪੁੱਤਰ ਤਕੜਾ ਹੋ ਕੇ ਕੰਮ ਕਾਰ ਕਰਿਆ ਕਰੋ। ਤੇਰੇ ਪਿਤਾ ਜੀ ਕਈ ਵਾਰੀ ਮੈਨੂੰ ਮਿਹਣਾ ਮਾਰਦੇ ਹਨ ਕਿ ਪੁੱਤਰ ਅਤਰ ਸਿੰਘ ਦੀ ਕਮਾਈ ਦੀ ਕੰਡੀ ਸੋਨੇ ਦਾ ਹਾਰ ਪਵਾ ਲਈ। ਇਹ ਸੁਣ ਕੇ ਸੰਤ ਹੱਸ ਪਏ ਤੇ ਆਖਿਆ, ਹਾਂ ਮਾਂ, ਕੰਡੀ ਪਾ ਦਿਆਂਗੇ।